ਸਤਿ ਸ਼੍ਰੀ ਅਕਾਲ ਫਰੈਂਡ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GKN ਪੰਜਾਬੀ ਦੇ ਵਿੱਚ। ਅੱਜ ਆਪਾਂ ਭਾਰਤੀ ਸੰਵਿਧਾਨ, ਇੰਡੀਅਨ ਪੋਲਿਟੀ ਦੀ, ਭਾਰਤੀ ਕੌਂਸਟੀਟਿਊਸ਼ਨ ਦੀ ਆਪਾਂ ਅੱਜ ਇੱਕ ਨਵੀਂ ਕਲਾਸ ਲੈ ਕੇ ਆਏ ਹਾਂ। ਅਗਰ ਤੁਸੀਂ ਇਸ ਤੋਂ ਪਹਿਲੀਆਂ 3 ਕਲਾਸਾਂ ਨਹੀਂ ਦੇਖੀਆਂ ਤਾਂ ਪਲੀਜ਼ ਉਹ ਜਾ ਕੇ ਜ਼ਰੂਰ ਦੇਖੋ ਤੁਸੀਂ ਇੱਕ ਵਾਰ YouTube ਦੇ ਉੱਤੇ, ਕਿਉਂਕਿ ਉਹਦੇ ਵਿੱਚ ਆਪਾਂ ਸਾਰਾ ਕੰਟੈਂਟ ਆਪਾਂ ਪੰਜਾਬੀ ਦੇ ਵਿੱਚ ਪ੍ਰੋਵਾਈਡ ਕਰਵਾਇਆ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਇਆ ਹੋਇਆ ਹੈ, ਜੋ ਕਿ ਤੁਹਾਨੂੰ ਆਉਣ ਵਾਲੇ ਜੋ ਵੀ ਪੇਪਰ ਪੰਜਾਬ ਪੁਲਿਸ, PPSC ਜਾਂ PSSB, ਪੰਚਾਇਤ ਸੈਕਟਰੀ, ਜੋ ਵੀ ਪੇਪਰ ਹੋਣਗੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ, ਉਹਦੇ ਵਿੱਚ ਤੁਹਾਨੂੰ ਹੈਲਪ ਕਰੇਗਾ। ਠੀਕ ਹੈ ਜੀ। ਅਤੇ ਇਸ ਕੋਰਸ ਦੀ ਵਿਸ਼ੇਸ਼ਤਾ ਇਹੀ ਆ ਜੋ ਕਿ ਆਪਾਂ ਇਸ ਵਾਰ ਸ਼ੁਰੂ ਕੀਤਾ ਹੈ ਕਿ ਇਹਦੇ ਵਿੱਚ ਆਪਾਂ ਜੋ ਵੀ ਹੈ ਸਾਰਾ ਦਾ ਸਾਰਾ ਜੋ ਸਬਜੈਕਟ ਹੈ ਸਾਰੇ ਪੰਜਾਬੀ ਭਾਸ਼ਾ ਦੇ ਵਿੱਚ ਕਰਾਂਗੇ। ਸੋ ਪੋਲਿਟੀ ਦੀ ਹੋ ਗਈ, ਚਾਹੇ ਹਿਸਟਰੀ ਹੋ ਗਈ, ਚਾਹੇ ਆਪਣੀ ਪੰਜਾਬ GK ਹੋ ਗਈ, ਸਾਰੀ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਰਾਂਗੇ। ਠੀਕ ਹੈ ਜੀ। ਸੋ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਜੀ। ਅੱਜ ਦੀ ਆਪਣੀ ਇੰਡੀਅਨ ਪੋਲਿਟੀ ਦੇ ਵਿੱਚ ਆਪਾਂ ਕਰਾਂਗੇ ਜੀ ਪ੍ਰੈਮਬਲ। ਸਭ ਤੋਂ ਪਹਿਲਾਂ ਆਪਾਂ ਪ੍ਰੈਮਬਲ ਨੂੰ ਪੜ੍ਹਨਾ ਹੈ। ਠੀਕ ਹੈ ਜੀ। ਜੋ ਕਿ ਆਪਣੇ ਜਦੋਂ ਆਪਣਾ ਭਾਰਤੀ ਸੰਵਿਧਾਨ ਸ਼ੁਰੂ ਹੁੰਦਾ ਹੈ, ਸਟਾਰਟ ਹੁੰਦਾ ਹੈ, ਤਾਂ ਉਹਦੇ ਵਿੱਚ ਇਹਦਾ ਜ਼ਿਕਰ ਹੁੰਦਾ ਹੈ ਪ੍ਰੈਮਬਲ ਦਾ। ਠੀਕ ਹੈ ਜੀ। ਇਹਦੇ ਉੱਤੇ ਘੱਟੋ ਘੱਟ ਇੱਕ ਕੁਐਸਚਨ ਸਮਟਾਈਮ ਪੇਪਰ ਦੇ ਵਿੱਚ ਬਣ ਜਾਂਦਾ ਹੈ। ਸੋ ਸਾਰਾ ਆਪਾਂ MCQ ਵੀ ਨਾਲ ਲੈ ਕੇ ਆਏ ਹਾਂ। ਠੀਕ ਹੈ ਜੀ। ਸੋ ਆਪਾਂ ਸਟਾਰਟ ਕਰਾਂਗੇ ਅੱਜ ਦੀ ਆਪਣੀ ਪਹਿਲੀ ਗੱਲ, ਸੰਵਿਧਾਨ ਦੀ ਜਾਣ ਪਛਾਣ ਅਤੇ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਠੀਕ ਹੈ ਜੀ। ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਕਿ ਜੋ ਇਹ ਪ੍ਰੈਮਬਲ ਸੀਗਾ ਇਹ ਕਿਸ ਤਰ੍ਹਾਂ ਆਪਣੇ ਸੰਵਿਧਾਨ ਦੇ ਵਿੱਚ ਐਡ ਹੋਇਆ ਸੀ ਅਤੇ ਇਹਦੇ ਫੀਚਰਸ ਕੀ ਨੇ, ਇਹਦੇ ਵਿੱਚ ਕੀ ਕਿਉਂ ਐਡ ਕੀਤਾ ਸੀ, ਇਹਦੇ ਫੀਚਰ ਕੀ ਨੇ। ਠੀਕ ਹੈ ਜੀ। ਸੋ 1946 'ਚ, ਜੋ ਕਿ ਆਪਾਂ ਪਿਛਲੀਆਂ ਕਲਾਸਾਂ 'ਚ ਕਰ ਚੁੱਕੇ ਹਾਂ, ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਬਜੈਕਟਿਵ ਰੈਜ਼ੋਲੂਸ਼ਨ ਪੇਸ਼ ਕੀਤਾ ਸੀਗਾ ਆਪਣੀ ਸੰਵਿਧਾਨ ਦੇ ਵਿੱਚ। ਠੀਕ ਆ, ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ, ਜੋ ਕਿ ਇੱਕ ਜਿਹੜਾ ਆਪਣਾ ਪ੍ਰੈਮਬਲ ਹੈ ਨਾ, ਇਹ ਪ੍ਰਸਤਾਵਨਾ ਦਾ ਮੁੱਢ ਇਹੀ ਬਣਿਆ ਸੀ। ਜਿਹੜਾ ਆਬਜੈਕਟਿਵ ਰੈਜ਼ੋਲੂਸ਼ਨ ਸੀ ਨਾ, ਇਹਨੂੰ ਅਪਡੇਟ ਕਰਕੇ ਇਹਦੇ ਵਿੱਚ ਪ੍ਰਸਤਾਵਨਾ ਦਾ ਮੁੱਢ ਬਣਾਤਾ ਸੀ, ਜਿਹਦੇ ਵਿੱਚ ਕਿ ਧਰਮ ਨਿਰਪੱਖਤਾ, ਠੀਕ ਹੈ ਜੀ, ਪ੍ਰਭੂਸੱਤਾ, ਗਣਰਾਜ, ਲੋਕਤੰਤਰ ਅਤੇ ਆਪਣਾ ਪਿਛੜੀਆਂ ਜਾਤਾਂ ਵਿੱਚ ਸਮਾਨਤਾ। ਠੀਕ ਹੈ ਜੀ। ਜੋ ਆਪਾਂ ਇੰਗਲਿਸ਼ ਦੇ ਵਿੱਚ ਵੀ, ਇਹ ਤੁਸੀਂ ਵਰਡ ਪੰਜਾਬੀ 'ਚ ਵੀ ਯਾਦ ਕਰਨੇ ਹੈ ਅਤੇ ਇੰਗਲਿਸ਼ ਦੇ ਵਿੱਚ ਵੀ ਯਾਦ ਕਰਨੇ ਹੈ। ਠੀਕ ਹੈ ਜੀ। ਸੋ ਇਹਦੇ ਵਿੱਚ ਆਪਾਂ ਸੈਕੂਲਰਿਜ਼ਮ ਹੋ ਗਿਆ, ਸੋਵਰਨਟੀ ਹੋ ਗਿਆ, ਆਪਣਾ ਰਿਪਬਲਿਕ ਹੋ ਗਿਆ, ਡੈਮੋਕ੍ਰੇਸੀ ਹੋ ਗਿਆ, ਅਤੇ ਇਕੁਐਲਿਟੀ ਅਮੋਂਗ ਬੈਕਵਰਡ ਕਾਸਟ। ਠੀਕ ਹੈ ਜੀ। ਸੋ ਇਹ ਸਾਰਾ ਕੁਛ ਆਪਾਂ ਚੰਗੀ ਤਰ੍ਹਾਂ ਯਾਦ ਕਰਨਾ। ਜੋ ਇਹ ਵਰਡ ਹੈ ਤੁਸੀਂ ਵਰਡ ਯਾਦ ਕਰਨੇ ਆ। ਠੀਕ ਹੈ ਜੀ ਸਾਰੇ। ਸੋ ਆਪਾਂ ਅੱਗੇ ਮੈਂ ਤੁਹਾਨੂੰ ਦੱਸਾਂਗਾ ਕਿਹੜੇ ਵਰਡ ਤੁਸੀਂ ਮੋਸਟ ਇੰਪੋਰਟੈਂਟ ਤਰੀਕੇ ਦੇ ਨਾਲ ਯਾਦ ਕਰਨਾ। ਠੀਕ ਹੈ, ਜਿਹੜੇ ਪੇਪਰ ਦੇ ਵਿੱਚ ਕੁਐਸਚਨ ਬਣਦਾ ਵਾ। ਪ੍ਰੈਮਬਲ ਨੂੰ ਭਾਰਤੀ ਸੰਵਿਧਾਨ 'ਚ USA ਦੇ ਸੰਵਿਧਾਨ ਤੋਂ ਪ੍ਰਭਾਵਿਤ ਹੋ ਕੇ ਸ਼ਾਮਲ ਕੀਤਾ, ਕਿਉਂਕਿ ਜਿਹੜਾ USA ਸੀ ਨਾ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਇਹਦੇ ਵਿੱਚ ਸਭ ਤੋਂ ਪਹਿਲਾਂ ਪ੍ਰੈਮਬਲ ਇਹਨਾਂ ਨੇ ਸਭ ਤੋਂ ਪਹਿਲਾਂ ਅਡੋਪਟ ਕੀਤਾ ਸੀ। ਸੋ ਇਹ ਤੋਂ ਹੀ ਪ੍ਰਭਾਵਿਤ ਹੋ ਗਏ ਆਪਣੇ ਜੋ ਉਸ ਟਾਈਮ ਦੇ ਉੱਤੇ ਜੋ ਆਪਣੀ ਕੌਂਸਟੀਟਿਊਸ਼ਨ ਅਸੈਂਬਲੀ ਸੀ, ਜੋ ਕਿ ਸੰਵਿਧਾਨ ਬਣਾ ਰਹੀ ਸੀ, ਉਹਨਾਂ ਨੇ ਸੋਚਿਆ ਕਿ ਇਸ ਨੂੰ ਵੀ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਵੀ ਇੱਕ ਇਹਨੂੰ ਸ਼ਾਮਲ ਕੀਤਾ ਜਾਵੇ, ਜਿਹੜਾ ਕਿ ਇੱਕ ਪ੍ਰੀਫੇਸ ਟਾਈਪ ਹੋ ਜਾਂਦਾ ਕਿ ਇਹਦੇ ਵਿੱਚ ਕੀ ਫੀਚਰ ਨੇ ਆਪਣੇ ਭਾਰਤੀ ਸੰਵਿਧਾਨ ਦੇ, ਇੱਕ ਆਈਡੀਆ ਜਿਹਾ ਹੋ ਜਾਂਦਾ ਵੀ ਇਹਦੇ ਵਿੱਚ ਕੀ ਹੈ। ਠੀਕ ਹੈ ਜੀ। ਸੋ ਅੱਗੇ ਆਪਾਂ ਕਰਾਂਗੇ ਪ੍ਰਸਤਾਵਨਾ ਦੀ। ਹੁਣ ਤੱਕ ਸਭ ਤੋਂ ਪਹਿਲਾਂ ਆਹ ਬਹੁਤ ਇੰਪੋਰਟੈਂਟ ਬਣਦਾ। ਠੀਕ ਹੈ ਜੀ। ਅਜੇ ਤੱਕ ਜਿਹੜਾ ਪ੍ਰੈਮਬਲ ਆ, ਇਹਨੂੰ ਸਿਰਫ ਇੱਕ ਵਾਰ ਇਹਨੂੰ ਸੋਧ ਕੀਤੀ ਹੈ, ਇੱਕ ਵਾਰ ਅਮੈਂਡਮੈਂਟ ਹੋਈ ਆ, ਜਿਹੜੀ ਕਿ 42ਵੀਂ ਸੋਧ ਹੋਈ ਸੀ ਆਪਣੀ 1976 'ਚ ਹੋਈ ਸੀ। ਠੀਕ ਹੈ ਜੀ। ਇਹ ਤੁਸੀਂ ਯਾਦ ਕਰਨੀ ਹੈ। ਸੋਧ ਬਹੁਤ ਵਾਰ ਰਿਪੀਟ ਹੋਇਆ ਇਹ ਕੁਐਸਚਨ, ਕਿ ਇਹਦੇ ਵਿੱਚ ਜੋ ਪ੍ਰੈਮਬਲ ਦੀ ਸੋਧ ਹੋਈ ਸੀ ਉਹ ਕਿਹੜੀ ਸੋਧ ਸੀ, ਕਿਹੜਾ ਸਾਲ, ਉਹ ਸਾਰਾ ਕੁਛ ਇਹ ਤੁਹਾਨੂੰ ਪੁੱਛੇਗਾ। ਸੋ ਇਹ ਤੁਸੀਂ ਯਾਦ ਕਰਨਾ ਹੈ। ਸੋ ਆਪਾਂ ਉਹੀ ਕਰਾਂਗੇ ਜਿਹਦੇ ਵਿੱਚ ਜੋ ਕਿ ਪੇਪਰ ਦੇ ਵਿੱਚ ਆਏਗਾ। ਠੀਕ ਹੈ ਜੀ। ਇਹਦੇ ਵਿੱਚ 3 ਸ਼ਬਦ ਹੋਰ ਜੋੜੇ ਗਏ ਸੀ ਉਸ ਟਾਈਮ ਦੇ ਉੱਤੇ, ਜੋ ਪਹਿਲਾਂ ਸੀਗੇ ਸ਼ਬਦ ਉਹ ਆਪਾਂ ਉੱਪਰ ਕੀਤੇ ਗਏ। ਠੀਕ ਹੈ ਜੀ। ਸੋ ਇਹਦੇ ਵਿੱਚ ਇਹਨਾਂ ਨੇ 3 ਸ਼ਬਦ ਹੋਰ ਜੋੜਤੇ ਜੀ। ਇਹਦੇ ਵਿੱਚ ਇੱਕ ਸਮਾਜਵਾਦ, ਸੋਸ਼ਲਿਜ਼ਮ, ਧਰਮ ਨਿਰਪੱਖਤਾ, ਠੀਕ ਹੈ ਜੀ, ਸੈਕੂਲਰਿਜ਼ਮ ਹੋ ਗਿਆ, ਅਖੰਡਤਾ, ਇੰਟੀਗ੍ਰਿਟੀ। ਇਹ 3 ਸ਼ਬਦ ਇਹਨਾਂ ਨੇ ਜੋੜੇ। ਪੇਪਰ ਦੇ ਵਿੱਚ ਆਪਾਂ ਨੂੰ ਕੁਐਸਚਨ ਬਣੇਗਾ ਕਿ ਆਪਣੇ ਜੋ 42ਵੀਂ ਸੋਧ ਹੋਈ ਸੀਗੀ 1976 ਦੇ ਵਿੱਚ ਸੰਵਿਧਾਨ ਦੀ, ਇਹਦੇ ਵਿੱਚ ਕਿਹੜੇ ਵਰਡ ਜੋੜੇ ਗਏ ਸੀ। ਸੋ ਆਹ 3 ਵਰਡ ਤੁਸੀਂ ਯਾਦ ਕਰਨੇ ਆ। ਠੀਕ ਹੈ, ਇਹਨੂੰ ਰੱਟਾ ਹੀ ਲਗਾ ਲਿਓ। ਠੀਕ ਹੈ ਜੀ। ਵੈਸੇ ਜਦੋਂ ਤੁਸੀਂ ਪੜ੍ਹੋਗੇ, ਇਹਨੂੰ ਚੰਗੀ ਤਰ੍ਹਾਂ ਪੜ੍ਹੋਗੇ, ਇਹਨੂੰ ਆਪਾਂ ਡਿਟੇਲ ਦੇ ਵਿੱਚ ਵੀ ਪੜ੍ਹਾਂਗੇ ਇਹਦਾ ਮਤਲਬ ਕੀ ਹੁੰਦਾ। ਜਦੋਂ ਆਪਾਂ ਡਿਟੇਲ 'ਚ ਪੜ੍ਹਾਂਗੇ ਤੁਹਾਨੂੰ ਰੱਟਾ ਲਾਉਣ ਦੀ ਵੀ ਜ਼ਰੂਰਤ ਨਹੀਂ ਪੜੇਗੀ, ਬਟ ਫਿਰ ਵੀ ਤੁਸੀਂ ਇਹ ਯਾਦ ਕਰਨੇ ਆ। ਠੀਕ ਹੈ ਜੀ। ਇਹ ਤੁਹਾਨੂੰ ਭੁੱਲਣੇ ਨਹੀਂ ਚਾਹੀਦੇ, ਕਿਉਂਕਿ ਪੇਪਰ ਵਾਲਾ ਸਮਟਾਈਮ ਨਾ ਆਪਾਂ ਨੂੰ ਐਗਜ਼ਾਮੀਨਰ ਕਨਫਿਊਜ਼ ਕਰਕੇ ਆਪਸ਼ਨ ਦੇ ਵਿੱਚ ਬਿਲਕੁਲ ਨਾਲ ਰਲਦੀਆਂ ਚੀਜ਼ਾਂ ਨਾਲ ਦਿੰਦਾ ਹੈ। ਠੀਕ ਹੈ ਜੀ। ਸੋ ਇਹਦੇ ਲਈ ਯਾਦ ਕਰਨਾ ਵੀ ਜ਼ਰੂਰੀ ਹੈ ਤੁਹਾਨੂੰ ਇਹ। ਸੋ ਅੱਗੇ ਆਪਾਂ ਕਰਾਂਗੇ 42ਵੀਂ ਸੋਧ। ਇਹਦੇ ਵਿੱਚ ਕੀ ਸੀ ਜੀ? ਇਹਦੇ ਵਿੱਚ ਉਹ ਕਹਿੰਦਾ ਜੀ, ਜਿਵੇਂ ਪਹਿਲਾਂ ਸੀਗਾ ਇਹਦੇ 'ਚ ਪ੍ਰਭੂ ਸੱਤਾ ਸੰਪੰਨ ਜਮਹੂਰੀ ਗਣਰਾਜ ਸੀ ਆਪਣਾ, ਡੈਮੋਕ੍ਰੈਟਿਕ, ਠੀਕ ਹੈ, ਗਣਰਾਜ ਸੀਗਾ, ਉਹਨੂੰ ਬਦਲ ਕੇ ਇਹਨਾਂ ਨੇ ਪ੍ਰਭੂ ਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ। ਠੀਕ ਹੈ ਜੀ। ਆਹ ਦੇਖੋ ਜੀ, ਪ੍ਰਭੂ ਸੱਤਾ ਸੰਪੰਨ ਸਮਾਜਵਾਦੀ, ਇੱਕ ਹੋ ਗਿਆ ਆਪਣਾ ਧਰਮ ਨਿਰਪੱਖ, ਇੱਕ ਆ ਗਿਆ ਲੋਕਤੰਤਰੀ ਗਣਰਾਜ ਬਣਾਤਾ। ਠੀਕ ਹੈ ਜੀ। ਇਹਦੇ 'ਚ ਬਦਲਦਾ ਰਾਸ਼ਟਰ ਦੀ ਏਕਤਾ, ਜਿਹੜੀ ਆਪਣਾ ਪਹਿਲਾਂ ਵਰਡ ਸੀਗਾ ਇਹਦੇ ਵਿੱਚ ਰਾਸ਼ਟਰ ਦੀ ਏਕਤਾ ਸੀ, ਇਹਨੂੰ ਸ਼ਬਦ ਨੂੰ ਚੇਂਜ ਕਰਕੇ ਇਹਨਾਂ ਨੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਵਿੱਚ ਬਦਲਤਾ। ਠੀਕ ਹੈ ਜੀ। ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਵੀ ਨੀਚੇ ਕੀਤਾ ਹੋਇਆ, ਇਹ ਤੁਸੀਂ ਪੜ੍ਹਨਾ ਨਾ, ਅਗਲ ਤੁਹਾਨੂੰ ਲੱਗੇ ਕਿ ਪੰਜਾਬੀ ਦੇ ਵਿੱਚ ਤੁਹਾਨੂੰ ਔਖਾ ਲੱਗ ਰਿਹਾ ਹੈ। ਠੀਕ ਹੈ ਜੀ। ਇਹ ਤੁਹਾਡੀ ਸਹੂਲਤ ਲਈ ਦਿੱਤਾ ਹੈ ਆਪਾਂ, ਕਿਉਂਕਿ ਸਮਟਾਈਮ ਆਪਾਂ ਨੂੰ ਇੰਗਲਿਸ਼ ਦੇ ਵਿੱਚ ਚੀਜ਼ ਸਮਝ ਆਉਂਦੀ। ਸੋ ਸਾਰਾ ਕੁਝ ਦਿੱਤਾ ਹੈ, ਸੋ ਤੁਸੀਂ ਇਹਨੂੰ ਪੜ੍ਹ ਲੈਣਾ ਵਾ। ਠੀਕ ਹੈ ਜੀ। ਸੋ ਅੱਗੇ ਆਪਾਂ ਕਰਾਂਗੇ ਜੀ। ਹੁਣ ਇਹਦੇ ਵਿੱਚ ਜੋ ਇਹਦੇ ਜਿਹੜੀ ਪ੍ਰਸਤਾਵਨਾ ਸੀ, ਜੋ ਆਪਣਾ ਪ੍ਰੈਮਬਲ ਸੀ, ਇਹਨੂੰ ਕਿਉਂ ਅਮੈਂਡ ਕੀਤਾ ਸੀ, ਜਾਂ ਇਹਦੇ ਵਿੱਚ ਕਿਹੜੇ ਫੀਚਰ ਸੀ, ਜਿਹਦੇ ਵਿੱਚ ਕਿ ਸੁਪਰੀਮ ਕੋਰਟ ਦੀ ਕੀ ਰਾਏ ਸੀ ਇਹਦੇ ਬਾਰੇ। ਠੀਕ ਹੈ ਜੀ। ਇੱਕ ਜੀ ਕੇਸ ਹੋਇਆ ਸੀ ਬੇਰੂਬਾਰੀ ਯੂਨੀਅਨ ਕੇਸ ਹੋਇਆ ਸੀ 1960 ਦੇ ਵਿੱਚ। ਠੀਕ ਹੈ ਜੀ।
ਇਹਦੇ ਵਿੱਚ ਕੋਈ ਇਹ ਆਪਾਂ ਕੇਸਿਸ ਜਿਹੜੇ ਹੈਗੇ ਨੇ ਨਾ, ਜੋ ਕੇਸ਼ਵਾਨੰਦ ਭਾਰਤੀ ਕੇਸ ਹੋ ਗਿਆ ਜਾਂ ਆਪਣਾ ਦੂਸਰਾ ਬੇਰੁਬਾਰੀ ਯੂਨੀਅਨ ਕੇਸ, ਇਹ ਆਪਾਂ ਅਲੱਗ ਤੋਂ ਇੱਕ ਸੈਸ਼ਨ ਲੈ ਕੇ ਆਵਾਂਗੇ ਜਿਹਦੇ ਵਿੱਚ ਕਿ ਆਪਾਂ ਸਾਰੇ ਕੇਸ ਜਦੋਂ ਆਪਾਂ ਅਮੈਂਡਮੈਂਟ ਪੜਾਂਗੇ ਨਾ, ਦੈਨ ਉਹਦੇ ਵਿੱਚ ਆਪਾਂ ਸਾਰਾ ਕੁਝ ਕਰਾਂਗੇ, ਠੀਕ ਹੈ ਜੀ। ਸੋ ਬੇਰੁਬਾਰੀ ਯੂਨੀਅਨ ਕੇਸ ਹੋਇਆ ਸੀ ਜਿਹਦੇ ਵਿੱਚ ਕਿ ਸੁਪਰੀਮ ਕੋਰਟ ਨੇ ਇੱਕ ਸਿੱਟਾ ਕੱਢਿਆ ਸੀਗਾ, ਪ੍ਰਸਤਾਵਨਾ ਜਿਹੜਾ ਸੀ ਉਹ ਸਾਡੇ ਸੰਵਿਧਾਨ ਦਾ ਹਿੱਸਾ ਨਹੀਂ ਗੀ, ਠੀਕ ਹੈ ਜੀ। ਉਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਸੰਵਿਧਾਨ ਦਾ ਹਿੱਸਾ ਨਹੀਂ, ਬਟ ਉਸ ਤੋਂ ਬਾਅਦ ਕੇਸ਼ਵਾਨੰਦ ਭਾਰਤੀ ਕੇਸ ਹੋਇਆ ਸੀ 1973। ਇਹ 'ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪ੍ਰਸਤਾਵਨਾ ਜਿਹੜਾ ਪ੍ਰੈਂਬਲ ਹੈ ਸੰਵਿਧਾਨ ਦਾ ਅਟੁੱਟ ਹਿੱਸਾ, ਤੇ ਇਹਦੀ ਸੋਧ ਕਰ ਸਕਦੇ ਆਪਾਂ, ਠੀਕ ਹੈ। ਇਹਦੇ ਵਿੱਚ ਇਹਨਾਂ ਨੇ ਕਹਿਤਾ ਸੀ ਸੋਧ, ਕਿਉਂਕਿ ਇਹ ਤਾਂ ਹਿੱਸਾ ਹੀ ਹੈ ਨਹੀਂ। ਇਹਦੇ ਵਿੱਚ 1973 ਵਾਲੇ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੋਧ ਕਰ ਸਕਦੇ ਹਾਂ, ਪਰ ਇਹਦਾ ਮੁੱਢਲਾ ਢਾਂਚਾ ਹੁੰਦਾ ਜਿਹੜਾ ਕਿ ਬੇਸਿਕ ਜੋ ਸਟਰਕਚਰ ਹੋ ਗਿਆ, ਠੀਕ ਹੈ ਜੀ, ਆਪਣਾ ਉਹ ਨਹੀਂ ਬਦਲ ਸਕਦੇ ਆਪਾਂ, ਠੀਕ ਹੈ ਜੀ। ਸੋ ਇਹ ਹੈ, ਇਹਦੇ ਵਿੱਚ ਜ਼ਿਆਦਾ ਤੁਹਾਨੂੰ ਡਿਟੇਲ ਦੇ ਵਿੱਚ ਪੜ੍ਹਨ ਦੀ ਜ਼ਰੂਰਤ ਨਹੀਂ, ਕਿਉਂਕਿ ਇਹਦੇ ਵਿੱਚ ਅਗਰ ਕੁਐਸਚਨ ਤੁਹਾਨੂੰ ਆਊਗਾ ਇਹ ਆਏਗਾ ਕਿ ਕਿਹੜੇ ਕੇਸ ਦੇ ਵਿੱਚ ਥੱਲੇ ਲੈ ਕੇ ਦੇ ਦੇਣਗੇ, ਕਿਹੜੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪ੍ਰਸਤਾਵਨਾ ਸਾਡੇ ਸੰਵਿਧਾਨ ਦਾ ਹਿੱਸਾ ਨਹੀਂ, ਕਿਹੜੇ ਕੇਸ ਦੇ ਵਿੱਚ ਕਿਹਾ ਸੀ ਕਿ ਜੋ ਪ੍ਰੈਂਬਲ ਹੈ ਉਹ ਸਾਡੇ ਸੰਵਿਧਾਨ ਦਾ ਹਿੱਸਾ ਵਾ, ਠੀਕ ਹੈ ਜੀ। ਸੋ ਇਹ ਤੁਸੀਂ ਯਾਦ ਕਰ ਲੈਣਾ ਵਾ। ਸੋ ਪ੍ਰਸਤਾਵਨਾ ਨੂੰ 26 ਨਵੰਬਰ 1949 ਈਸਵੀ ਨੂੰ ਸਵੀਕਾਰ ਕੀਤਾ ਗਿਆ ਸੀ, ਠੀਕ ਹੈ ਜੀ। ਇਹਦੇ ਹਿਸਾਬ ਦੇ ਨਾਲ, ਠੀਕ ਹੈ ਜੀ, ਜੋ ਆਪਣਾ 26 ਨਵੰਬਰ 1949 ਨੂੰ ਆਪਣਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ, ਜੋ ਕਿ ਅਡੋਪਟ ਕਰ ਲਿਆ ਸੀ ਇਹਨਾਂ ਨੇ। ਸੋ ਇਹਨੂੰ 26 ਨਵੰਬਰ 1949 ਨੂੰ ਸਵੀਕਾਰ ਕੀਤਾ ਸੀ। ਭਾਰਤ ਰਾਜ ਦੀ ਪ੍ਰਕਿਰਤੀ ਜਾਂ ਸਰੂਪ, ਠੀਕ ਹੈ ਜੀ, ਇਹਦੇ ਵਿੱਚ ਪ੍ਰਭੂ ਸੱਤਾ ਆ ਜਾਂਦਾ, ਸਮਾਜਵਾਦ ਆ ਜਾਂਦਾ, ਧਰਮ ਨਿਰਪੱਖਤਾ ਆ ਜਾਂਦੀ ਹੈ, ਲੋਕਤੰਤਰ ਆ ਜਾਂਦਾ ਤੇ ਗਣਰਾਜ, ਠੀਕ ਹੈ। ਭਾਰਤੀ ਰਾਜ ਦਾ ਪ੍ਰਕਿਰਤੀ ਜਾਂ ਸਰੂਪ, ਠੀਕ ਹੈ ਜੀ। ਸੋ ਇਹ ਤੁਸੀਂ ਆਹ ਵਰਡ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੇ ਆ, ਠੀਕ ਹੈ ਜੀ। ਇਹਨੂੰ ਤੁਸੀਂ ਡਿਟੇਲ ਇਹਨੂੰ ਤੁਸੀਂ ਜੋ ਆਪਣਾ ਹੈ ਨਾ ਸੋਵਰਨਟੀ ਹੋ ਗਿਆ, ਆਪਣਾ ਸੋਸ਼ਲਿਜ਼ਮ ਹੋ ਗਿਆ, ਸੈਕੂਲਰਿਜ਼ਮ ਹੋ ਗਿਆ, ਡੈਮੋਕ੍ਰੇਸੀ ਹੋ ਗਿਆ ਤੇ ਰਿਪਬਲਿਕ ਹੋ ਗਿਆ, ਇਹਨੂੰ ਤੁਸੀਂ ਚੰਗੀ ਤਰ੍ਹਾਂ ਇਹਨੂੰ ਜੋ ਸਿਸਟਮੈਟਿਕ ਤਰੀਕੇ, ਜਿਵੇਂ 1 ਨੰਬਰ 'ਤੇ ਇਹ, 2 ਨੰਬਰ 'ਤੇ ਇਹ, 3 ਨੰਬਰ 'ਤੇ ਇਹ, 4 ਨੰਬਰ 'ਤੇ ਇਸ ਤਰ੍ਹਾਂ ਯਾਦ ਕਰਨਾ ਹੈ, ਠੀਕ ਹੈ ਜੀ। ਸੋ ਅੱਗੇ ਆਪਣਾ ਆ ਗਿਆ ਜੀ ਭਾਰਤੀ ਰਾਜ ਦੇ ਉਦੇਸ਼ ਕੀ ਸੀ। ਨਿਆਇਕ, ਆਜ਼ਾਦੀ ਤੇ ਸਮਾਨਤਾ, ਜੁਡੀਸ਼ੀਅਲ ਹੋ ਗਿਆ, ਇੰਡੀਪੈਂਡੈਂਸ ਹੋ ਗਈ ਤੇ ਇਕੁਐਲਿਟੀ ਹੋ ਗਈ, ਠੀਕ ਹੈ ਜੀ। ਸੋ ਅੱਗੇ ਆਪਾਂ ਕਰਾਂਗੇ ਜੀ ਪ੍ਰਸਤਾਵਨਾ ਦੀਆਂ ਹੁਣ ਜੀ ਮੁੱਖ ਵਿਸ਼ੇਸ਼ਤਾਵਾਂ ਕੀ ਨੇ। ਹੁਣ ਜੀ ਆਪਣਾ ਇੱਕ ਇਹਦੇ ਵਿੱਚ ਹੁੰਦਾ ਕਿ ਸੱਤਾ ਦਾ ਸਰੋਤ ਜੋ ਕਿ ਲੋਕਪ੍ਰਿਯ ਪ੍ਰਭੂ ਸੱਤਾ ਹੋ ਗਈ, ਜੋ ਪੋਪੂਲਰ ਸੋਵਰਨਟੀ ਹੋ ਗਈ ਆਪਣੀ। ਇਹਦੇ ਵਿੱਚ ਕਹਿੰਦਾ ਜੀ ਪ੍ਰਸਤਾਵਨਾ ਸਪਸ਼ਟ ਤੌਰ ਤੇ ਲੋਕਪ੍ਰਿਯ ਪ੍ਰਭੂ ਸੱਤਾ ਦੇ ਸਿਧਾਂਤ ਨੂੰ ਸਵੀਕਾਰ ਕਰਦੀ ਹੈ। ਇਹਦੀ ਸ਼ੁਰੂਆਤ ਕਿਹਦੇ ਨਾਲ ਹੁੰਦੀ ਆ ਪ੍ਰੈਂਬਲ ਦੀ। ਇਹ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ, ਠੀਕ ਹੈ ਜੀ। ਆਪਾਂ ਨੂੰ ਸਿਰਫ ਵੂਈ ਲਿਖ ਕੇ ਦੇ ਦੇਣਗੇ ਕਿ ਇਹਨੂੰ ਪੂਰਾ ਕਰੋ ਡੈਸ਼ ਪਾ ਕੇ, ਕਿ ਇਹਦੇ ਵਿੱਚ ਕੀ ਆ। ਅੱਗੇ ਲਿਖ ਦੇਣਗੇ ਵੀ ਆਰ ਦਾ ਪੀਪਲ ਆਫ ਕੰਟਰੀ ਜਾਂ ਵੀ ਆਰ ਦਾ ਪੀਪਲ ਆਫ ਇੱਦਾਂ ਆਫ ਦੀ ਸਟੇਟ, ਇਸ ਤਰ੍ਹਾਂ ਲਿਖ ਕੇ ਦੇ ਦੇਣਗੇ। ਬਟ ਤੁਸੀਂ ਯਾਦ ਕਰਨਾ ਇਹਨੂੰ ਇੱਦਾਂ ਦੀ ਸਿੱਧੀ ਲਾਈਨ ਯਾਦ ਕਰਨੀ ਹੈ, ਵੀ ਆਰ ਦਾ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ, ਠੀਕ ਹੈ ਜੀ। ਅੱਗੇ ਆਪਾਂ MCQ ਵੀ ਐਡ ਕੀਤਾ ਹੋਇਆ ਹੈ, ਸੋ ਉਹਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਡਿਟੇਲ 'ਚ ਸਮਝ ਆ ਜਾਏਗਾ। ਸਰਕਾਰ ਆਪਣੀ ਸ਼ਕਤੀ ਜਿਹੜੀ ਆ ਉਹ ਕਿੱਥੋਂ ਪ੍ਰਾਪਤ ਕਰਦੀ ਆ, ਲੋਕਾਂ ਤੋਂ ਪ੍ਰਾਪਤ ਕਰਦੀ ਆ, ਠੀਕ ਹੈ ਜੀ। ਇਹਦੇ ਵਿੱਚ ਅੱਗੇ ਆਪਾਂ ਇਹਦੇ ਵਿੱਚ ਜ਼ਿਆਦਾ ਕੁਝ ਪੜ੍ਹਨ ਵਾਲਾ ਨਹੀਂ, ਸੋ ਇਸ ਤੋਂ ਅੱਗੇ ਆਪਾਂ ਹੁਣ ਆਪਾਂ ਜੋ ਆਪਣੇ ਇਹਦੇ ਸਰੋਤ ਨੇ, ਠੀਕ ਹੈ ਜੀ, ਨੇਚਰ ਆਫ ਸਟੇਟ ਜਿਹੜੇ ਆਪਣੇ ਪ੍ਰੈਂਬਲ ਦੇ ਵਿੱਚ ਐਡ ਕੀਤੀਆਂ ਹੋਈਆਂ ਨੇ ਚੀਜ਼ਾਂ, ਜਿੱਦਾਂ ਕਿ ਪ੍ਰਭੂ ਸੱਤਾ ਹੋ ਗਈ, ਠੀਕ ਹੈ ਜੀ। ਇਹਨੂੰ ਆਪਾਂ ਪੜਾਂਗੇ, ਇਹਦਾ ਮਤਲਬ ਕੀ ਹੁੰਦਾ ਹੈ, ਜਿਹਦੇ ਨਾਲ ਕਿ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਮਝ ਆਏਗਾ ਕਿ ਜਦੋਂ ਤੁਹਾਨੂੰ ਉਹ ਵਰਡ ਪੁੱਛੇਗਾ, ਅਗਰ ਮੰਨ ਲਓ ਆਪਾਂ ਨੂੰ ਕੁਐਸਚਨ ਆ ਜਾਵੇ ਕਿ ਪ੍ਰਭੂ ਸੱਤਾ ਦਾ ਮਤਲਬ ਦੱਸੋ, ਸੋ ਆਪਾਂ ਨੂੰ ਅਗਰ ਆਪਾਂ ਇਹ 2-3 ਪੁਆਇੰਟ ਪੜ੍ਹੇ ਹੋਣਗੇ ਤਾਂ ਆਪਾਂ ਉਹ ਕਰ ਸਕਦੇ। ਜ਼ਿਆਦਾਤਰ ਇਦਾਂ ਦੇ ਕੁਐਸਚਨ ਨਹੀਂ ਆਉਂਦੇ ਇਹ, ਅਗਰ ਆਉਣਗੇ ਤਾਂ ਇਹ ਇਦਾਂ ਦੇ ਕੁਐਸਚਨ PPSC ਪੁੱਛੇਗਾ। ਅਦਰਵਾਈਜ਼ ਅਗਰ PSSB ਦੀ ਗੱਲ ਕਰੀਏ, PSPCL ਦੀ ਗੱਲ ਕਰੀਏ, ਇਹਦੇ ਵਿੱਚ ਇਦਾਂ ਡਿਟੇਲ ਦੇ ਵਿੱਚ ਕੁਐਸਚਨ ਨਹੀਂ ਪੁੱਛੇ ਜਾਂਦੇ, ਠੀਕ ਹੈ ਜੀ। ਫਿਰ ਵੀ ਆਪਾਂ ਕਰਨੇ ਆ, ਠੀਕ ਹੈ ਜੀ। ਭਾਰਤ ਇੱਕ ਪ੍ਰਭੂ ਸੱਤਾ ਸੰਪੰਨ ਦੇਸ਼ ਹੁੰਦਾ, ਠੀਕ ਹੈ ਜੀ। ਅਜਿਹਾ ਐਲਾਨ ਭਾਰਤ ਉੱਪਰ ਬਰਤਾਨਵੀ ਰਾਜ ਦੇ ਖਾਤਮੇ ਦੀ ਮੋਹਰ ਲਾਉਂਦਾ ਵਾ, ਠੀਕ ਹੈ ਜੀ। ਹੁਣ ਇਹਦਾ ਮਤਲਬ ਇਹੀ ਹੋਏਗਾ ਬਰਤਾਨਵੀ ਕਿ ਅਸੀਂ ਕਿਸੇ ਰਾਜ ਦੇ ਅਧੀਨ ਨੇ, ਹੁਣ ਭਾਰਤ ਬਰਤਾਨਵੀ ਰਾਜ ਤੇ ਨਿਰਭਰ ਨਹੀਂ ਜਾਂ ਉਹਦੀ ਬਸਤੀ ਨਹੀਂ ਰਿਹਾ, ਠੀਕ ਹੈ ਜੀ। ਤਕਨੀਕੀ ਤੌਰ ਤੇ ਡੋਮੀਨੀਅਨ ਦਰਜੇ ਨੂੰ ਖਤਮ ਕਰਨ ਦੀ ਪੁਸ਼ਟੀ ਕੀਤੀ ਕਿ ਅਸੀਂ ਅਲੱਗ ਹਾਂ, ਅਸੀਂ ਜਾਣੀ ਕਿ ਅਸੀਂ ਆਪਦਾ ਕਾਨੂੰਨ ਆਪ ਬਣਾਉਂਦੇ ਹਾਂ, ਆਪਦਾ ਸੰਵਿਧਾਨ ਆਪ ਬਣਾਇਆ, ਸਾਡੇ ਉੱਤੇ ਕਿਸੇ ਵੀ ਵਿਦੇਸ਼ੀ ਰਾਜ ਦਾ ਕੋਈ ਅਧਿਕਾਰ ਨਹੀਂ, ਠੀਕ ਹੈ ਜੀ। ਸੋ ਇਹਦਾ ਮਤਲਬ ਪ੍ਰਭੂ ਸੱਤਾ ਦਾ ਮਤਲਬ ਇਹ ਆ ਗਿਆ ਸਾਡਾ। ਹੁਣ ਸੈਕਿੰਡ ਆ ਗਿਆ ਸਮਾਜਵਾਦੀ ਰਾਜ, ਜੋ ਕਿ ਸੋਸ਼ਲਿਸਟ ਸਟੇਟ ਹੋ ਗਈ। ਇੰਡੀਆ ਇਜ਼ ਏ ਸੋਸ਼ਲਿਸਟ ਸਟੇਟ, ਠੀਕ ਹੈ ਜੀ। ਕਿਉਂ ਇਹ 1976 'ਚ ਪ੍ਰਸਤਾਵਨਾ ਵਿੱਚ ਸਮਾਜਵਾਦ, ਠੀਕ ਹੈ ਜੀ, ਜੋ ਆਪਾਂ ਉੱਪਰ ਕੀਤਾ ਕਿ ਇਹਨੂੰ ਜੋ ਸੋਸ਼ਲਿਸਟ ਵਰਡ ਜੋ ਸੀਗਾ ਆਪਣਾ ਕਦੋਂ ਐਡ ਕੀਤਾ ਸੀ, 1976 ਦੇ ਵਿੱਚ ਐਡ ਕੀਤਾ ਸੀ। ਭਾਰਤ ਸਭ ਕਿਸਮ ਦਾ ਸ਼ੋਸ਼ਣ ਖਤਮ ਕਰਨ ਲਈ ਤੇ ਆਮਦਨ ਸੋਮਿਆਂ ਅਤੇ ਸੰਪਤੀ ਦੀ ਬਰਾਬਰ ਵੰਡ ਲਈ ਆਪਣੇ ਸਮੂਹ ਲੋਕਾਂ ਨੂੰ ਸਮਾਜਿਕ, ਠੀਕ ਹੈ ਜੀ, ਆਰਥਿਕ ਤੇ ਰਾਜਨੀਤਿਕ ਨਿਆਂ ਪ੍ਰਾਪਤ ਕਰਾਉਣ ਲਈ ਵਚਨਬੱਧ ਹੈ, ਠੀਕ ਹੈ ਜੀ। ਸੋ ਇਹਦੇ ਸ਼ੋਸ਼ਣ ਨੂੰ ਖਤਮ ਕਰਦਾ ਵਾ, ਸੋ ਇਹਦੇ ਵਿੱਚ ਜੋ ਕਿ ਬਰਾਬਰ ਦੇ ਮੌਕੇ ਦਿੰਦਾ ਹੈ, ਠੀਕ ਹੈ ਜੀ, ਸਾਰਿਆਂ ਨੂੰ। ਪਰ ਇਹ ਮਾਰਕਸਵਾਦੀ ਜਾਂ ਇਨਕਲਾਬੀ ਢੰਗਾਂ ਨਾਲ ਨਹੀਂ ਹਾਸਲ ਕਰ ਸਕਦੇ ਤੁਸੀਂ, ਸੋ ਤੁਸੀਂ ਸੰਵਿਧਾਨਕ ਤਰੀਕੇ ਨਾਲ ਹਾਸਲ ਕਰ ਸਕਦੇ ਹੋ, ਲੋਕਤੰਤਰੀ ਢੰਗ ਤਰੀਕੇ ਨਾਲ ਹਾਸਲ ਕਰ ਸਕਦੇ ਹੋ, ਅਮਨਪੂਰਵਕ ਤੁਸੀਂ ਹਾਸਲ ਕਰ ਸਕਦੇ ਹੋ, ਬਟ ਇਹਦੇ ਵਿੱਚ ਇਨਕਲਾਬੀ ਢੰਗ ਨਹੀਂ ਅਪਣਾ ਸਕਦੇ ਤੁਸੀਂ, ਠੀਕ ਹੈ ਜੀ। ਸੋ ਇਹਦਾ ਮਤਲਬ ਇਹੀ ਹੈ ਕਿ ਭਾਰਤ ਇੱਕ ਲੋਕਤੰਤਰੀ ਸਮਾਜਵਾਦ ਰਾਜ ਹੈ, ਸੋ ਇਹਨੂੰ ਤੁਸੀਂ ਪੜ੍ਹ ਲੈਣਾ ਵਾ, ਠੀਕ ਹੈ ਜੀ। ਧਰਮ ਨਿਰਪੱਖ ਰਾਜ, ਹੁਣ ਆਪਣਾ ਸੈਕੂਲਰ ਸਟੇਟ ਆ ਗਿਆ। ਆਪਾਂ ਨੂੰ ਕੁਐਸਚਨ ਪੁੱਛਣਗੇ ਸੈਕੂਲਰ ਸਟੇਟ ਦਾ ਮਤਲਬ ਕੀ ਹੈ, ਥੱਲੇ ਤੁਹਾਨੂੰ ਪੁੱਛ ਲੈਣਗੇ ਕਿ ਲੋਕਤੰਤਰੀ ਸਟੇਟ ਹੈ, ਸਮਾਜਵਾਦੀ ਰਾਜ ਹੈ, ਕੀ ਹੈ। ਸੋ ਇਹਦੇ ਵਿੱਚ ਤੁਹਾਨੂੰ ਪੁੱਛ ਲੈਣਗੇ ਕਿ ਵਿੱਚ ਤੁਸੀਂ ਦੱਸਣਾ ਹੈ ਸੈਕੂਲਰ ਸਟੇਟ ਦਾ ਮਤਲਬ ਹੁੰਦਾ ਹੈ ਧਰਮ ਨਿਰਪੱਖ ਰਾਜ। ਹੁਣ ਕਹਿੰਦਾ ਜੀ
ਭਾਰਤ ਕਿਸੇ ਵੀ ਧਰਮ ਨੂੰ ਵਿਸ਼ੇਸ਼ ਦਰਜਾ ਨਹੀਂ ਦਿੰਦਾ, ਠੀਕ ਹੈ ਜੀ। ਸਾਰੇ ਧਰਮ ਬਰਾਬਰ ਆ ਇਹਦੇ ਅਕੋਰਡਿੰਗ ਸਰਕਾਰ ਦਾ, ਜਿਹੜਾ ਸਰਕਾਰੀ ਧਰਮ ਕੋਈ ਨਹੀਂ ਇਹਦਾ, ਠੀਕ ਹੈ ਜੀ। ਸੋ ਇਹਦੇ ਲਈ ਅਨੁਛੇਦ 25, ਸੋ ਅੱਗੇ ਆਪਾਂ ਨਾ ਆਪਣੇ ਜੋ ਮੌਲਿਕ ਅਧਿਕਾਰ ਕਰਾਂਗੇ, ਫੰਡਾਮੈਂਟਲ ਰਾਈਟਸ ਕਰਾਂਗੇ ਜਾਂ ਫੰਡਾਮੈਂਟਲ ਡਿਊਟੀਜ਼ ਕਰਾਂਗੇ, ਉਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਸੰਖੇਪ ਦੇ ਵਿੱਚ ਪੜ੍ਹ ਲਾਂਗੇ ਇਹਨੂੰ। ਸੋ ਇਹਦੇ ਵਿੱਚ ਫਿਲਹਾਲ ਤੁਸੀਂ ਪੜ੍ਹ ਲਓ ਕਿ ਇਹਦਾ ਮਤਲਬ ਕੀ ਆ। ਧਰਮ 25 ਤੋਂ 28 ਤੱਕ ਨਾਗਰਿਕਾਂ ਨੂੰ ਇੱਕ ਮੌਲਿਕ ਅਧਿਕਾਰ ਦਿੱਤਾ ਜਾਂਦਾ ਵਾ, ਆਰਟੀਕਲ 25 ਤੋਂ 28 'ਚ, ਕਿ ਇਹਦੇ ਵਿੱਚ ਦਿੰਦੇ ਨੇ ਕਿ ਨਾਗਰਿਕਾਂ ਨੂੰ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਆ। ਕੋਈ ਵੀ ਨਾਗਰਿਕ ਆਪਣੇ ਕਿਸੇ ਵੀ ਧਰਮ ਨੂੰ ਮੰਨ ਸਕਦਾ ਵਾ, ਕਿਸੇ ਵੀ ਧਰਮ ਨੂੰ ਅਪਣਾ ਸਕਦਾ ਵਾ, ਠੀਕ ਹੈ ਜੀ। ਸੋ ਇਹਦਾ ਮਤਲਬ ਸੈਕੂਲਰ ਦਾ ਮਤਲਬ ਆ ਗਿਆ ਇਹ, ਠੀਕ ਹੈ ਜੀ। ਅਲੈਗਜ਼ੈਂਡਰੋਵਿਕਸ ਲਿਖਦੇ ਨੇ, ਕਹਿੰਦੇ ਜੀ ਕਿ ਭਾਰਤ ਇੱਕ ਧਰਮ ਨਿਰਪੱਖ ਰਾਜ ਆ, ਦੇਸ਼ ਹੈ, ਜਿਹੜਾ ਸਾਰੇ ਵਿਅਕਤੀਆਂ ਲਈ ਧਰਮ ਦੀ ਸੁਤੰਤਰਤਾ ਦੀ ਵਿਵਸਥਾ ਕਰਦਾ ਹੈ। ਸੋ ਮੇਨ ਤੁਸੀਂ ਇਹੀ ਆ ਨਾ, ਇਸ ਅਗਰ ਆਪਾਂ ਗੱਲ ਕਰੀਏ ਨਾ, ਆਪਾਂ ਬਹੁਤ ਵਾਰ ਇਹਨੂੰ ਪੜ੍ਹਿਆ ਵਾ ਪ੍ਰੈਂਬਲ ਨੂੰ, ਬਟ ਸਮ ਟਾਈਮ ਆਪਾਂ ਨੂੰ ਇਹ ਚੀਜ਼ ਸਮਝ ਨਹੀਂ ਆਉਂਦੀ, ਕਿਉਂਕਿ ਇੰਗਲਿਸ਼ ਦੇ ਵਿੱਚ ਸਮ ਵਰਡ ਥੋੜ੍ਹੇ ਜਿਹੇ ਔਖੇ ਹੁੰਦੇ ਹਨ। ਕਈ ਵਾਰ ਆਪਾਂ ਨੂੰ ਥੋੜ੍ਹਾ ਜਿਹਾ ਔਖਾ ਲੱਗਦਾ ਕਿ ਇਹਦਾ ਮਤਲਬ ਕੀ ਹੁੰਦਾ ਵਾ। ਪੜ੍ਹ ਤਾਂ ਲੈਂਦੇ ਹਾਂ ਆਪਾਂ ਕਿ ਇਹ ਜੋ ਵੀ ਹੈ ਸੈਕੂਲਰ ਸਟੇਟ ਹੈ, ਸੋਸ਼ਲਿਸਟ ਹੈ, ਸਾਰਾ ਕੁਛ ਆਪਾਂ ਪੜ੍ਹ ਲੈਂਦੇ ਹਾਂ, ਠੀਕ ਹੈ। ਸਮ ਟਾਈਮ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ, ਬਟ ਆਪਾਂ ਨੂੰ ਪੰਜਾਬੀ ਦੇ ਵਿੱਚ ਜਿੰਨਾ ਟਾਈਮ ਉਹਦੀ ਡਿਟੇਲ ਨਹੀਂ ਪਤਾ ਹੋਏਗੀ, ਹੁਣ ਆਪਾਂ ਨੂੰ ਜਿਸ ਤਰ੍ਹਾਂ ਮਰਜ਼ੀ ਕੁਐਸਚਨ ਪੁੱਛ ਲੈਣ ਉਹ, ਸੋ ਆਪਾਂ ਇਹਨੂੰ ਕਰ ਦੇਵਾਂਗੇ ਆਰਾਮ ਨਾਲ। ਸੋ ਅੱਗੇ ਆ ਗਿਆ ਸਾਡੇ ਕੋਲ ਡੈਮੋਕ੍ਰੈਟਿਕ ਸਟੇਟ, ਠੀਕ ਹੈ। ਡੈਮੋਕ੍ਰੈਟਿਕ ਸਟੇਟ ਦਾ ਲੋਕਤੰਤਰੀ ਰਾਜ, ਠੀਕ ਹੈ ਜੀ। ਭਾਰਤ ਦਾ ਸੰਵਿਧਾਨ ਇੱਕ ਲੋਕਤੰਤਰੀ ਪ੍ਰਣਾਲੀ ਦੀ ਵਿਵਸਥਾ ਕਰਦਾ, ਠੀਕ ਹੈ ਜੀ। ਭਾਰਤ ਦਾ ਸੰਵਿਧਾਨ ਕਹਿੰਦਾ ਕਿ ਇਹ ਲੋਕਤੰਤਰੀ ਪ੍ਰਣਾਲੀ ਆ। ਇਹਦੇ 'ਚ ਹੁਣ ਲੋਕਾਂ ਨੂੰ, ਠੀਕ ਹੈ, ਡੈਮੋਕ੍ਰੈਟਿਕ ਦਾ ਮਤਲਬ ਇਹੀ ਆ ਕਿ ਲੋਕਾਂ ਨੇ ਇੱਕੋ ਜਿਹੇ ਰਾਜਨੀਤਿਕ ਅਧਿਕਾਰ ਪ੍ਰਾਪਤ ਆ। ਜਿਵੇਂ ਮੰਨ ਲਓ ਵੋਟ ਹਰੇਕ ਨੂੰ ਇੱਕੋ ਤਰ੍ਹਾਂ ਦੀ ਇੱਕ ਵੋਟ ਬਣਦੀ ਹੈ ਹਰੇਕ ਦੀ, ਠੀਕ ਹੈ ਜੀ। ਵੋਟ ਦਾ ਅਧਿਕਾਰ ਵਾ, ਕੋਈ ਵੀ ਵਿਅਕਤੀ ਚੋਣਾਂ ਲੜ ਸਕਦਾ ਵਾ, ਠੀਕ ਹੈ ਜੀ। ਸਰਕਾਰੀ ਅਹੁਦੇ ਹਾਸਲ ਕਰਨ ਦਾ ਅਧਿਕਾਰ, ਕੋਈ ਜਿੰਨੇ ਵੀ ਆਪਣੇ ਜੋ ਆਪਾਂ ਪੇਪਰ ਮੰਨ ਲਓ ਦਿੰਦੇ ਆ, ਜੋ ਕਿ ਆਪਣਾ PCS ਦਾ ਪੇਪਰ ਹੁੰਦਾ, UPSC ਦਾ ਪੇਪਰ ਹੁੰਦਾ ਵਾ, ਜਾਂ ਕੋਈ ਵੀ ਪੇਪਰ ਹੁੰਦਾ, ਕਲਰਕ ਦਾ ਪੇਪਰ ਹੁੰਦਾ ਵਾ, ਛੋਟੇ ਮੋਟੇ ਜੋ ਵੀ ਪੇਪਰ ਹੁੰਦੇ ਆ, ਸਭ ਦੇ ਵਿੱਚ ਆਪਾਂ ਨੂੰ ਸਾਰਿਆਂ ਦੇ ਵਿੱਚ ਬਰਾਬਰ ਦਾ ਅਧਿਕਾਰ ਵਾ, ਠੀਕ ਹੈ ਜੀ। ਹਰੇਕ ਬੰਦਾ ਉਸ ਦੇ ਵਿੱਚ, ਬਟ ਤੁਹਾਡੀਆਂ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਠੀਕ ਹੈ ਜੀ। ਸੋ ਜਥੇਬੰਦੀਆਂ ਕਾਇਮ ਕਰਨ ਦਾ ਅਧਿਕਾਰ ਹੁੰਦਾ, ਠੀਕ ਹੈ ਜੀ। ਕੋਈ ਵੀ ਬੰਦਾ ਆਪਦੀ ਜਥੇਬੰਦੀ ਕਾਇਮ ਕਰ ਸਕਦਾ। ਬੋਲਣ ਦੀ ਆਜ਼ਾਦੀ ਆ, ਪ੍ਰੈਸ ਦੀ ਸੁਤੰਤਰਤਾ, ਕੋਈ ਵੀ ਬੰਦਾ ਕੁਝ ਵੀ ਬੋਲ ਸਕਦਾ, ਤੇ ਆਪਣਾ ਪ੍ਰੈਸ ਦੀ ਸੁਤੰਤਰਤਾ ਹੈ, ਜੋ ਕਿ ਪ੍ਰੈਸ ਦੇ ਵਿੱਚ ਆਪਾਂ ਛਾਪ ਸਕਦੇ ਹਾਂ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਸਾਡੇ ਕੋਲੇ, ਇਹਨਾਂ ਰਾਜਨੀਤਿਕ ਅਧਿਕਾਰਾਂ ਦੇ ਆਧਾਰ ਤੇ ਲੋਕ ਰਾਜਨੀਤੀ ਵਿੱਚ ਹਿੱਸਾ ਲੈ ਸਕਦੇ ਨੇ, ਠੀਕ ਹੈ ਜੀ। ਸੋ ਇਹ ਸਾਰਾ ਕੁਛ ਤੁਹਾਨੂੰ ਹੁਣ ਦੇਖੋ, ਹੁਣ ਤੁਹਾਨੂੰ ਅਗਰ ਪੁੱਛ ਲੈਣ ਕਿ ਡੈਮੋਕ੍ਰੈਟਿਕ ਸਟੇਟ ਦਾ ਮਤਲਬ ਕੀ ਹੁੰਦਾ, ਥੱਲੇ ਤੁਹਾਨੂੰ ਆਪਸ਼ਨ ਦੇ ਵਿੱਚ ਤੁਹਾਨੂੰ ਸਾਫ਼-ਸਾਫ਼ ਪਤਾ ਲੱਗ ਗਿਆ। ਇਹਦੇ ਵੋਟ ਦਾ ਅਧਿਕਾਰ ਹੋ ਗਿਆ, ਚੋਣਾਂ ਦਾ ਲੜ ਦਾ ਅਧਿਕਾਰ ਹੋ ਗਿਆ, ਸਰਕਾਰੀ ਅਹੁਦੇ ਦਾ, ਯਾਨੀ ਕਿ ਪੂਰੀ ਤਰ੍ਹਾਂ ਬਰਾਬਰਤਾ ਦਿੱਤੀ ਗਈ ਆ, ਠੀਕ ਹੈ ਜੀ। ਆਪਾਂ ਨੂੰ ਅੱਗੇ ਆਪਾਂ ਕਰਾਂਗੇ ਜੀ। ਆਪਾਂ 5 ਨੰਬਰ, ਭਾਰਤ ਇੱਕ ਗਣਰਾਜ ਹੈ। ਭਾਰਤ ਇੱਕ ਇੰਡੀਆ ਇਜ਼ ਏ ਰਿਪਬਲਿਕ, ਠੀਕ ਹੈ ਜੀ। ਰਿਪਬਲਿਕ ਸਟੇਟ ਆਪਣੀ। ਭਾਰਤ ਦਾ ਸ਼ਾਸਨ ਕਿਸੇ ਰਾਜੇ ਵੱਲੋਂ ਨਹੀਂ ਚਲਾਇਆ ਗਿਆ, ਠੀਕ ਹੈ ਜੀ। ਹੁਣ ਇਹਦੇ ਵਿੱਚ ਇਸ ਤਰ੍ਹਾਂ ਵਾ, ਜੋ ਕਿ ਜਿਵੇਂ ਕਿ ਪਹਿਲਾਂ ਜੋ ਇਸ ਤੋਂ ਪਹਿਲਾਂ ਜੋ 26 ਜਨਵਰੀ 1950 ਤੋਂ ਪਹਿਲਾਂ ਜੋ ਵੀ ਮਤਲਬ ਇੱਦਾਂ ਦੇ ਆਉਂਦੇ ਸੀ, ਜਾਂ ਜੋ ਆਪਣੇ ਮੁਗਲ ਸ਼ਾਸਕ ਵੀ ਸੀਗੇ ਕਿ ਆ ਕੇ ਆਪਣਾ ਕਬਜ਼ਾ ਕਰ ਲਿਆ, ਉਹਨਾਂ ਨੂੰ ਕੋਈ ਚੁਣਦਾ ਥੋੜੀ ਸੀ। ਉਹਨਾਂ ਨੂੰ ਕੋਈ ਅਗਰ ਆਪਣੇ ਜੋ ਵੀ ਮੁਗਲ ਰਾਜੇ ਸੀ ਜਾਂ ਬ੍ਰਿਟਿਸ਼ਰ ਵੀ ਆਏ ਸੀ, ਉਹਨਾਂ ਨੂੰ ਆਪਾਂ ਥੋੜੀ ਚੁਣਿਆ ਸੀ, ਲੋਕਾਂ ਨੇ ਨਹੀਂ ਸੀ ਚੁਣਿਆ, ਉਹ ਰਾਜ ਕਰਦੇ ਸੀ ਆਪਣੇ ਤੇ। ਇਹਦੇ ਵਿੱਚ ਇਹੀ ਮਤਲਬ ਹੈ ਕਿ ਰਿਪਬਲਿਕ ਦੇ ਉੱਤੇ ਕਿ ਤੁਹਾਡੇ ਵੱਲੋਂ ਜੋ 26 ਨਵੰਬਰ 1950 ਨੂੰ ਜਦੋਂ ਆਪਣਾ ਪ੍ਰੈਜ਼ੀਡੈਂਟ ਇਲੈਕਟ ਹੋਏ ਸੀਗੇ, ਆਪਣਾ 24 ਨਵੰਬਰ ਨੂੰ ਹੋਏ ਸੀਗੇ, ਜੋ 26 ਨਵੰਬਰ 1950 ਤੋਂ ਜੋ ਆਪਣੇ ਪ੍ਰਧਾਨ ਮੰਤਰੀ ਇਲੈਕਟ ਹੋਏ ਸੀ, ਪ੍ਰੈਜ਼ੀਡੈਂਟ ਇਲੈਕਟ ਹੋਏ ਸੀ, ਜਾਂ ਜੋ ਵੀ ਹੋਏ ਸੀ, ਉਸ ਤੋਂ ਪਹਿਲਾਂ ਜੋ ਸੀਗੇ ਨਾ, ਉਸ ਤੋਂ ਪਹਿਲਾਂ ਆਪਣੇ ਦੇਸ਼ ਦੇ ਵਿੱਚ ਸੀਗਾ ਕੋਈ ਵੀ ਇਲੈਕਟ ਨਹੀਂ ਸੀ ਹੁੰਦਾ। ਸੋ ਜੋ ਆਉਂਦਾ ਸੀ, ਜੋ ਰਾਜ ਸਥਾਪਿਤ ਕਰ ਲੈਂਦਾ ਸੀ ਆਪਣਾ, ਉਹ ਰਾਜਾ ਹੁੰਦਾ ਸੀ, ਠੀਕ ਹੈ ਜੀ। ਸੋ ਹੁਣ ਉਹ ਕਹਿੰਦਾ ਜੀ ਭਾਰਤ ਵਿੱਚ ਇੱਕ ਚੁਣਿਆ ਹੋਇਆ ਮੁਖੀਆ ਹੈ, ਠੀਕ ਹੈ। ਸੋ ਹਰੇਕ ਨੂੰ ਆਪਾਂ ਚੁਣਦੇ ਹਾਂ, ਠੀਕ ਹੈ ਜੀ। ਆਪਾਂ ਪ੍ਰਧਾਨ ਮੰਤਰੀ ਨੂੰ ਚੁਣਦੇ ਹਾਂ, ਆਪਾਂ ਜੋ ਵੀ ਆਪਣੇ ਮੁੱਖ ਮੰਤਰੀ ਹੋ ਗਿਆ ਉਹਨਾਂ ਨੂੰ ਚੁਣਦੇ ਹਾਂ। MLA MP ਦੀਆਂ ਜੋ ਚੋਣਾਂ ਹੁੰਦੀਆਂ, ਜੋ ਸਾਰਾ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਕਿ ਰਾਸ਼ਟਰਪਤੀ ਦੀ ਚੋਣ ਕਿਵੇਂ ਹੁੰਦੀ ਆ, ਪ੍ਰਧਾਨ ਮੰਤਰੀ ਦੀ ਕਿਵੇਂ ਹੁੰਦੀ ਆ, ਤਾਂ ਉਹਦੇ ਲਈ ਕਿੱਦਾਂ ਉਹ ਹੁੰਦਾ ਹੈ, ਕਿ ਕਿਸ ਤਰ੍ਹਾਂ ਬਹੁਮਤ ਹੁੰਦਾ ਹੈ, ਸਾਰਾ ਕੁਛ ਆਪਾਂ ਚੰਗੀ ਤਰ੍ਹਾਂ ਕਰਾਂਗੇ, ਠੀਕ ਹੈ ਜੀ, ਉਹ ਅਗਲੀਆਂ ਆਉਣ ਵਾਲੀਆਂ ਕਲਾਸਾਂ ਦੇ ਵਿੱਚ। ਇਹਦੇ ਵਿੱਚ ਕਹਿੰਦਾ ਜਿਹੜਾ ਨਿਰਧਾਰਤ ਕਾਰਜਕਾਲ ਲਈ ਆਪਣੀ ਸ਼ਕਤੀ ਵਰਤਦਾ ਹੈ, ਅੱਗੇ ਆਪਾਂ ਕਰਾਂਗੇ ਜੀ। ਇੱਕ ਅਜਿਹੀ ਸਰਕਾਰ ਹੈ, ਇਹਦਾ ਮਤਲਬ ਹੈ ਕਿ ਭਾਰਤ ਦੇ ਕੋਲ ਇੱਕ ਅਜਿਹੀ ਸਰਕਾਰ ਹੈ ਜਿਹੜੀ ਆਪਣੇ ਅਧਿਕਾਰ ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ ਲੋਕਾਂ ਦੀ ਮਹਾਨ ਸੰਸਥਾ ਤੋਂ, ਠੀਕ ਹੈ ਜੀ, ਆਪ ਵਰਡ ਦੇਖੋ ਜੀ, ਲੋਕਾਂ ਤੋਂ, ਲੋਕ ਬਣਾਉਂਦੇ ਆ ਸਰਕਾਰ, ਆਪਣੇ ਆਪ ਨਹੀਂ ਕੋਈ ਵੀ ਉਹ ਬਣ ਸਕੇਗਾ, ਠੀਕ ਹੈ ਜੀ। ਲੋਕ ਸਰਕਾਰ ਬਣਾਊਗੀ, ਫਿਰ ਸਰਕਾਰ ਜਾ ਕੇ ਸੰਸਦ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਬੈਠ ਕੇ ਆਪਦੇ ਬਿੱਲ ਪਾਸ ਕਰੇਗੀ, ਜੋ ਵੀ ਲੋਕਾਂ ਦੀ ਭਲਾਈ ਲਈ ਜੋ ਵੀ ਉਹ ਹੋਏਗੀ, ਜੋ ਵੀ ਆਪਣੇ ਬਿੱਲ ਬਣਾਏਗੀ, ਠੀਕ ਹੈ ਜੀ, ਜੋ ਆਪਣੇ ਨਿਰਣੇ ਲਏਗੀ, ਠੀਕ ਹੈ ਜੀ। ਅੱਗੇ ਆਪਾਂ ਕਰਾਂਗੇ ਜੀ। ਹੁਣ ਆਗੇ ਜੀ ਇਸ ਤਰ੍ਹਾਂ ਆਪਣਾ ਹੁਣ ਇਹ ਨਾ ਆਪਣਾ ਪ੍ਰੈਂਬਲ ਦਾ ਜੋ ਆਪਣੀ ਥਿਊਰੀ ਹੈ, ਥਿਊਰੀ ਪਾਰਟ ਆਪਾਂ ਖਤਮ ਹੋ ਗਿਆ। ਹੁਣ ਆਪਾਂ MCQ ਕਰਾਂਗੇ, ਜੋ ਕਿ ਘੱਟ ਬਣਦੇ ਨੇ, ਬਟ ਫਿਰ ਵੀ ਜੋ ਵੀ 6 7 8 MCQ ਆਪਣੇ ਬਣਦੇ ਨੇ, ਸੋ ਆਪਾਂ ਇਹ ਜ਼ਰੂਰ ਕਰਾਂਗੇ, ਠੀਕ ਹੈ ਜੀ। ਸੋ ਇਹ ਕੁਐਸਚਨ ਆਪਣੇ ਨਾ ਪ੍ਰੀਵੀਅਸ ਈਅਰ ਪੰਜਾਬ ਦੇ ਜਾਂ ਕਿਸੇ ਵੀ ਪੇਪਰ ਦੇ ਵਿੱਚ ਰਿਪੀਟ ਹੋਏ ਨੇ, ਉਹੀ ਕਰਾਂਗੇ ਆਪਾਂ, ਠੀਕ ਹੈ ਜੀ। ਹੁਣ ਆਪਣਾ ਦੇਖੋ, ਪਹਿਲਾ ਕੁਐਸਚਨ ਆਪਾਂ ਪੜ੍ਹਿਆ ਨਾ, ਸੈਕੂਲਰ ਦਾ ਮਤਲਬ ਕੀ ਹੁੰਦਾ ਹੈ, ਠੀਕ ਹੈ ਜੀ। ਆਪਾਂ ਨੂੰ ਸਾਰਾ ਕੁਝ ਆਪਾਂ ਕੀਤਾ। ਦੇਖੋ ਹੁਣ ਆਪਸ਼ਨ ਦੇਖੋ, ਸਰਕਾਰ ਦੀਆਂ ਨਜ਼ਰਾਂ ਵਿੱਚ ਸਾਰੇ ਧਰਮ ਬਰਾਬਰ ਨੇ, ਘੱਟ ਗਿਣਤੀਆਂ ਨਾਲ ਸੰਬੰਧਿਤ ਧਰਮ ਦਾ ਵਿਸ਼ੇਸ਼ ਮਹੱਤਵ, ਸਰਕਾਰ ਵੱਲੋਂ ਇੱਕ ਧਰਮ ਦਾ ਪ੍ਰਚਾਰ ਕੀਤਾ ਜਾਣਾ, ਜਾਂ ਹੇਠ ਦਿੱਤਿਆਂ ਵਿੱਚੋਂ ਕੋਈ ਨਹੀਂ। ਸੋ ਆਪਾਂ ਇਹ ਕੀਤਾ ਕਿ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਸੋ ਇਹ ਆਪਣਾ ਸਹੀ ਹੋ ਕਿ ਸਰਕਾਰ ਦੀਆਂ ਨਜ਼ਰਾਂ 'ਚ ਸਾਰੇ ਧਰਮ ਬਰਾਬਰ ਨੇ, ਇਹਨਾਂ ਦਾ ਕੋਈ ਸਰਕਾਰੀ ਧਰਮ ਨਹੀਂ ਗਾ।
ਆ ਦੇਖੋ ਜੀ, ਹੁਣ ਅੱਜ ਤੱਕ ਪ੍ਰਸਤਾਵਨਾ ਨੂੰ ਕਿੰਨੀ ਵਾਰ ਅਮੈਂਡ ਕੀਤਾ ਗਿਆ, ਇਹ ਵੀ ਤੁਸੀਂ ਜ਼ਰੂਰ ਕਰਨਾ ਮੈਂ, ਠੀਕ ਹੈ ਜੀ। ਇਹ ਕੁਐਸਚਨ ਬਹੁਤ ਰਿਪੀਟਡ ਕੁਐਸਚਨ ਹੈ, ਇਹੀ ਕੁਐਸਚਨ ਜ਼ਿਆਦਾਤਰ ਹੁੰਦਾ ਹੈ, ਠੀਕ ਹੈ ਜੀ। ਇੱਕ ਵਾਰ ਕੀਤਾ ਵਾ, ਕਦੋਂ ਕੀਤਾ ਸੀ? 42ਵੀਂ ਸੋਧ ਹੋਈ ਸੀ ਜਦੋਂ, ਕਿਹੜੇ ਸਾਲ 'ਚ ਕੀਤਾ ਸੀ? 1976 ਦੇ ਵਿੱਚ ਕੀਤਾ ਸੀ, ਠੀਕ ਹੈ। ਪ੍ਰੈਂਬਲ ਨੂੰ ਸਿਰਫ 3 ਵਾਰ ਉਹ ਕੀਤਾ, ਇਹਦੇ ਵਿੱਚ 3 ਵਰਡ ਆਪਾਂ ਐਡ ਕੀਤੇ ਸੀ ਉਸ ਟਾਈਮ ਦੇ ਉੱਤੇ, ਉਹ ਵੀ ਆਪਣਾ ਅੱਗੇ MCQ ਆ ਜਾਏਗਾ। ਸੋ ਪ੍ਰਸਤਾਵਨਾ ਵਿੱਚ 80 ਸ਼ਬਦ ਦਾ ਕੀ ਅਰਥ ਹੈ, ਠੀਕ ਹੈ ਜੀ। ਆਪਣਾ ਉਹੀ ਜੋ ਮੈਂ ਤੁਹਾਨੂੰ ਕਿਹਾ ਸੀਗਾ, ਵੂਈ ਤੋਂ ਬਾਅਦ ਇਹਦਾ ਅਰਥ ਕੀ ਆ? ਹੁਣ ਵੂਈ ਤੋਂ ਮਤਲਬ ਭਾਰਤ ਸਰਕਾਰ ਆ, ਸੁਪਰੀਮ ਕੋਰਟ ਆ, ਭਾਰਤ ਦੀ ਸੰਸਦ ਆ, ਜਾਂ ਭਾਰਤ ਦੇ ਲੋਕ ਆ। ਸੋ ਇਹ ਵੀ ਆਪਾਂ ਕੀਤਾ ਕਿ ਜੋ ਆਪਣਾ ਪ੍ਰੈਂਬਲ ਸਟਾਰਟ ਹੁੰਦਾ ਹੈ ਉਹਦੇ ਸਟਾਰਟ ਦੇ ਵਿੱਚ ਹੀ ਮੈਂਸ਼ਨ ਆ ਕਿ ਵੀ ਦਾ ਪੀਪਲ ਆਫ ਇੰਡੀਆ, ਵੀ ਦਾ ਪੀਪਲ ਆਫ ਇੰਡੀਆ। ਸੋ ਇਹ ਆਪਣਾ ਐਡ ਹੈ, ਸੋ ਇਹ ਵੀ ਤੁਸੀਂ ਯਾਦ ਕਰਨਾ ਹੈ, ਠੀਕ ਹੈ ਜੀ। ਸੋ ਇਹੀ ਕੁਐਸਚਨ ਬਣ ਗਿਆ, ਇਸ ਤੋਂ ਬਾਹਰ ਕੋਈ ਵੀ ਕੁਐਸਚਨ ਨਹੀਂ ਬਣੇਗਾ, ਠੀਕ ਹੈ ਜੀ। ਜਿਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵਿਸ਼ੇਸ਼ ਤੌਰ ਤੇ ਰਾਏ ਦਿੱਤੀ ਸੀ, ਸੁਪਰੀਮ ਕੋਰਟ ਨੇ ਰਾਏ ਦਿੱਤੀ ਸੀ ਕਿ ਪ੍ਰਸਤਾਵਨਾ ਜੋ ਕਿ ਪ੍ਰੈਂਬਲ ਹੈ, ਜੋ ਕਿ ਆਪਣੇ ਸੰਵਿਧਾਨ ਦਾ ਹਿੱਸਾ ਨਹੀਂ ਹੈ। ਕਿਹੜਾ ਕੇਸ ਸੀ ਇਹ? ਬੇਰੂਵਰੀ ਯੂਨੀਅਨ ਕੇਸ ਸੀਗਾ, ਕੇਸ਼ਵਾਨੰਦ ਭਾਰਤੀ ਕੇਸ ਸੀ, ਜਾਂ ਦੋਵੇਂ ਸੀ, ਠੀਕ ਹੈ ਜੀ। ਇਹਦੇ ਵਿੱਚ ਆਪਾਂ ਕੀਤਾ ਹੋਇਆ ਕਿ ਬੇਰੂਵਰੀ ਯੂਨੀਅਨ ਕੇਸ ਜੋ ਸੀਗਾ 1960 ਦੇ ਵਿੱਚ ਹੋਇਆ ਸੀਗਾ। ਸੋ ਉਹਦੇ ਵਿੱਚ ਕਿਹਾ ਸੀਗਾ ਸੁਪਰੀਮ ਕੋਰਟ ਨੇ ਕਿ ਪ੍ਰਸਤਾਵਨਾ ਜੋ ਹੈ ਸੰਵਿਧਾਨ ਦਾ ਹਿੱਸਾ ਨਹੀਂ ਗਾ। ਹੇਠ ਲਿਖਿਆਂ ਵਿੱਚੋਂ ਕਿਹੜਾ ਕੇਸ, ਇਹਨਾਂ ਦੇ ਵਿੱਚੋਂ ਕਿਹੜਾ ਕੇਸ ਆ ਜਿਹੜਾ ਕਿ ਕੇਸ਼ਵਾਨੰਦ ਭਾਰਤੀ ਦਾ ਤੇ ਕੇਰਲ ਦੇ ਖਿਲਾਫ, ਇੱਕ ਕੇਰਲ ਸਰਕਾਰ ਦੇ ਖਿਲਾਫ 1973 ਦੇ ਵਿੱਚ, ਉਹਦਾ ਨਤੀਜਾ ਕੀ ਹੋਇਆ ਸੀ? ਪ੍ਰਸਤਾਵਨਾ ਭਾਰਤੀ ਸੰਵਿਧਾਨ ਦਾ ਹਿੱਸਾ ਹੈ ਅਤੇ ਸੋਧ ਸ਼ਕਤੀ ਸੰਸਦ ਦੇ ਅਧੀਨ ਆ। ਪ੍ਰਸਤਾਵਨਾ ਭਾਰਤੀ ਸੰਵਿਧਾਨ ਦਾ ਹਿੱਸਾ ਨਹੀਂ ਗਾ, ਸੋਧ ਸ਼ਕਤੀ ਸੰਸਦ ਦੇ ਅਧੀਨ ਨਹੀਂ ਗੇ, ਠੀਕ ਹੈ ਜੀ। ਨੈਕਸਟ ਆਪਾਂ ਪੁਆਇੰਟ ਪੜਾਂਗੇ। ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਹੈ ਪਰ ਸੋਧ ਦੀ ਸ਼ਕਤੀ ਸੰਸਦ ਦੇ ਅਧੀਨ ਨਹੀਂ ਹੈ, ਉਹੀ ਆ ਗਿਆ, ਸੰਵਿਧਾਨ ਦਾ ਹਿੱਸਾ ਨਹੀਂ ਹੈ। ਸੋ ਇਹ ਵੀ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਚੁੱਕੇ ਹਾਂ, ਇਹਦਾ ਇਹ ਬਿਲਕੁਲ ਸਹੀ ਹੋ ਜਾਏਗਾ ਕਿ ਜਿਹੜਾ ਜੋ ਕਿ ਬੇਰੂਵਰੀ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ, ਬਟ 1973 ਦੇ ਵਿੱਚ ਜਿਹੜਾ ਕੇਸ਼ਵਾਨੰਦ ਭਾਰਤੀ ਕੇਸ ਹੋਇਆ ਸੀ ਉਹਦੇ ਵਿੱਚ ਉਹ ਕਹਿੰਦਾ ਜੀ ਪ੍ਰਸਤਾਵਨਾ ਜਿਹੜਾ ਭਾਰਤੀ ਸੰਵਿਧਾਨ ਦਾ ਇੱਕ ਅਟੁੱਟ ਹਿੱਸਾ ਵਾ ਤੇ ਸੋਧ ਕਰਨ ਦੀ ਜਿਹੜੀ ਸ਼ਕਤੀ ਆ ਉਹ ਸੰਸਦ ਦੇ ਕੋਲ ਆ। ਸੋ ਚੇਂਜ ਤਾਂ ਕਰ ਸਕਦੀ ਹੈ, ਸੋਧ ਤਾਂ ਕਰ ਸਕਦੀ ਆ, ਬਟ ਇਹਦੇ ਵਿੱਚ ਇਹਦਾ ਬੇਸਿਕ ਸਟਰਕਚਰ ਨਹੀਂ ਚੇਂਜ ਕਰ ਸਕਦੀ, ਠੀਕ ਹੈ ਜੀ। ਬੇਸਿਕ ਸਟਰਕਚਰ ਨਹੀਂ ਚੇਂਜ ਕਰ ਸਕਦੀ, ਸੋਧ ਕਰ ਸਕਦੀ ਆ, ਠੀਕ ਹੈ ਜੀ। ਸੋ ਅੱਗੇ ਆਪਾਂ ਕਰਾਂਗੇ ਜੀ। 42ਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਜਿਹੜੀ ਹੋਈ ਸੀ, ਐਡਡ ਕੀਤਾ ਸੀ ਵਿਚ ਆਫ ਦਾ ਫੋਲੋਇੰਗ ਵਰਡਸ, ਕਿਹੜੇ 3 ਅੱਖਰ ਐਡ ਕੀਤੇ ਸੀ ਜਦੋਂ 42ਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ ਸੀ 1976 ਈਸਵੀ 'ਚ? ਇਹ ਤੁਸੀਂ ਡੇਟ ਯਾਦ ਕਰਨੀ ਆ, ਠੀਕ ਹੈ ਜੀ। 42ਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਜੋ ਸੋਧ ਹੋਈ ਸੀ 1976 'ਚ ਹੋਈ ਸੀ। ਸੋ ਇਹਦੇ ਵਿੱਚ ਕਿਹੜੇ ਸੀ? ਸੋਸ਼ਲਿਸਟ ਐਡ ਕੀਤਾ ਸੀ, ਸੈਕੂਲਰ ਕੀਤਾ ਸੀ, ਇੰਟੀਗ੍ਰੇਟ ਕੀਤਾ ਸੀ, ਜਾਂ ਤਿੰਨੇ ਕੀਤੇ ਸੀ? ਸੋ ਆਪਾਂ ਇਹ ਕਰ ਚੁੱਕੇ ਹਾਂ ਕਿ ਤਿੰਨੇ ਵਰਡ ਆਪਾਂ ਐਡ ਕੀਤੇ ਸੀ, ਨਵੇਂ ਵਰਡ ਜੋ ਆਪਣੇ ਭਾਰਤੀ ਸੰਵਿਧਾਨ ਦੇ ਪ੍ਰੈਂਬਲ ਦੇ ਵਿੱਚ ਐਡ ਕੀਤੇ ਸੀ, ਠੀਕ ਹੈ ਜੀ। ਸੋ ਇਹ ਮੋਸਟ ਰਿਪੀਟਡ ਕੁਐਸਚਨ ਹੈ, ਇਹ ਤੁਸੀਂ ਯਾਦ ਕਰਨਾ, ਠੀਕ ਹੈ। PPSC ਦਾ ਤੁਸੀਂ ਪੁਰਾਣੇ ਪੇਪਰ ਚੱਕ ਕੇ ਦੇਖ ਲਓ, ਇਹ ਕੁਐਸਚਨ ਆਇਆ ਹੋਇਆ ਹੈ 2-3 ਵਾਰ। ਨੈਕਸਟ ਆਪਾਂ ਕਰਾਂਗੇ ਜੀ ਦਾ ਕਰੰਟ ਸੀਕੁਐਂਸ, ਜਿਹੜਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸੀਕੁਐਂਸ ਵਾਈਜ਼ ਆਪਾਂ ਨੂੰ ਇਹ ਯਾਦ ਕਰਨਾ ਪੈਣਾ ਵਾ। ਸੋ ਪ੍ਰੈਂਬਲ ਦੇ ਵਿੱਚ ਸੀਕੁਐਂਸ ਕੀ ਹੈ? ਸੋਵਰਨ, ਡੈਮੋਕ੍ਰੈਟਿਕ, ਸੋਸ਼ਲਿਸਟ, ਸੈਕੂਲਰ ਰਿਪਬਲਿਕ ਆ, ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਰਿਪਬਲਿਕ ਆ, ਜਾਂ ਸੋਵਰਨ, ਸੋਸ਼ਲਿਸਟ, ਡੈਮੋਕ੍ਰੈਟਿਕ, ਸੈਕੂਲਰ ਰਿਪਬਲਿਕ ਆ, ਜਾਂ ਕਿਹੜਾ ਨਹੀਂ, ਠੀਕ ਹੈ ਜੀ। ਇਹਦੇ ਵਿੱਚ ਆਪਾਂ ਕੀਤਾ ਹੋਇਆ ਕਿ ਸਭ ਤੋਂ ਪਹਿਲਾਂ ਆਪਣਾ ਸੋਵਰਨ ਆਉਂਦਾ ਵਾ, ਠੀਕ ਹੈ ਜੀ, ਸੋਵਰਨ ਆਉਂਦਾ ਵਾ। 2 ਨੰਬਰ ਦੇ ਉੱਤੇ ਆਪਣਾ ਆਉਂਦਾ ਸੋਸ਼ਲਿਸਟ, ਫਿਰ ਆਪਣਾ ਸੈਕੂਲਰ ਆ ਗਿਆ, ਠੀਕ ਹੈ ਜੀ, ਧਰਮ ਨਿਰਪੱਖਤਾ, ਫਿਰ ਆਪਣਾ ਡੈਮੋਕ੍ਰੈਟਿਕ ਆ ਗਿਆ ਜੋ ਕਿ ਲੋਕਤੰਤਰੀ ਰਾਜ ਆ, ਫਿਰ ਆ ਗਿਆ ਆਪਣਾ ਰਿਪਬਲਿਕ, ਠੀਕ ਹੈ ਜੀ। ਸੋ ਇਹ ਵੀ ਆਪਾਂ ਬਹੁਤ ਹੀ ਜੋ ਇਹ ਮੈਂ ਥੱਲੇ ਨੀਚੇ ਤੁਹਾਨੂੰ ਸਿਸਟਮੈਟਿਕਲੀ ਦੇ ਦਿੱਤਾ ਹੋਇਆ 1 2 3 4 5 1 2 3 4 ਤੇ 5, ਠੀਕ ਹੈ ਜੀ। ਸੋ ਇਹਨੂੰ ਤੁਸੀਂ ਸਿਸਟਮੈਟਿਕ ਤਰੀਕੇ ਦੇ ਨਾਲ ਯਾਦ ਕਰ ਲੈਣਾ ਹੈਗਾ, ਠੀਕ ਹੈ। ਸੋ ਇਹੀ ਕੁਐਸਚਨ ਬਣਦੇ ਨੇ, ਕੋਈ ਹੋਰ ਕੁਐਸਚਨ ਨਹੀਂ ਬਣੇਗਾ, ਠੀਕ ਹੈ ਜੀ। ਹੋਰ ਵੱਧ ਤੋਂ ਵੱਧ ਆਪਾਂ ਨੂੰ ਇਹ ਕੁਐਸਚਨ ਬਣ ਜਾਏਗਾ ਕਿ ਪ੍ਰੈਂਬਲ ਦਾ ਜਿਹੜਾ ਸੋਰਸ ਆ ਉਹਦੇ ਵਿਚਲੇ ਸੋਰਸ ਆਪਾਂ ਅਲੱਗ-ਅਲੱਗ ਤੋਂ ਲਏ ਆ, ਠੀਕ ਹੈ ਜੀ। ਜੋ ਪ੍ਰੈਂਬਲ ਜੋ ਆਪਾਂ ਸ਼ਾਮਲ ਕੀਤਾ ਉਹ ਕੀ ਤੋਂ ਇੰਸਪਾਇਰ ਹੋ ਕੇ ਕੀਤਾ ਸੀ? ਉਹ ਆਪਾਂ ਕੀਤਾ ਸੀ USA ਤੋਂ, ਠੀਕ ਹੈ ਜੀ, ਕਿਉਂਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਸੀਗੀ ਜਿਹਨੇ ਕਿ ਸਭ ਤੋਂ ਪਹਿਲੀ ਵਾਰ ਜੋ ਕਿ ਪ੍ਰੈਂਬਲ ਨੂੰ ਆਪਦੇ ਕਨਸਟੀਟਿਊਸ਼ਨ ਦੇ ਵਿੱਚ ਇੰਟਰੋਡਿਊਸ ਕੀਤਾ ਸੀ। ਹੁਣ ਆਪਾਂ ਜੀ ਅਗਲੀ ਕਲਾਸ, ਇਹ ਆਪਾਂ 4 ਨੰਬਰ ਕਲਾਸ ਆਪਣੀ ਹੋ ਗਈ ਹੋਈ ਆ। ਸੋ ਨੈਕਸਟ ਕਲਾਸ ਜੋ 5 ਨੰਬਰ ਕਲਾਸ ਹੈ ਉਹਦੇ ਵਿੱਚ ਆਪਾਂ ਭਾਰਤੀ ਸੰਵਿਧਾਨ ਦਾ ਪਾਰਟ 1 ਦੇ ਵਿੱਚ, ਹੁਣ ਆਪਣਾ ਭਾਰਤੀ ਸੰਵਿਧਾਨ ਦਾ ਜੋ ਆਪਣਾ ਕਨਸਟੀਟਿਊਸ਼ਨ ਹੈ ਉਹ ਆਪਣਾ ਸਟਾਰਟ ਹੋ ਗਿਆ ਹੋਇਆ, ਠੀਕ ਹੈ ਜੀ। ਸੋ ਇਹਦੇ ਵਿੱਚ ਆਪਾਂ ਕਰਾਂਗੇ ਜੀ ਆਪਣਾ ਦਾ ਯੂਨੀਅਨ ਐਂਡ ਇਟਸ ਟੈਰੀਟਰੀ, ਠੀਕ ਹੈ ਜੀ, ਪਾਰਟ 1 ਆਰਟੀਕਲ 1 ਤੋਂ ਲੈ ਕੇ 4 ਤੱਕ ਆਪਾਂ ਪੂਰਾ ਡਿਟੇਲ ਦੇ ਵਿੱਚ ਕਰਾਂਗੇ। ਥਿਊਰੀ ਵੀ ਕਰਾਂਗੇ ਤੇ ਨਾਲ ਆਪਾਂ MCQ ਵੀ ਕਰਾਂਗੇ, ਠੀਕ ਹੈ ਜੀ। ਸੋ ਤੁਸੀਂ ਬਣੇ ਰਹਿਣਾ, ਨੈਕਸਟ ਵੀਕ ਆਪਾਂ ਇਹ ਕਲਾਸ ਲੈ ਕੇ ਆਵਾਂਗੇ ਤੇ ਉਹਦੇ ਨਾਲ ਹੁਣ ਆਪਣੀਆਂ 4 ਕਲਾਸਾਂ ਪੂਰੀਆਂ ਹੋ ਚੁੱਕੀਆਂ ਨੇ, 3 ਸਬਜੈਕਟ ਦੀਆਂ। ਸੋ ਹੌਲੀ ਹੌਲੀ ਆਪਾਂ ਨੇੜੇ ਜਾ ਰਹੇ ਹਾਂ, ਠੀਕ ਹੈ ਜੀ। ਸੋ ਅਗਰ ਤੁਸੀਂ ਉਹ ਕਲਾਸਾਂ ਨਹੀਂ ਦੇਖੀਆਂ ਉਹਨੂੰ ਜ਼ਰੂਰ ਦੇਖੋ। ਜੇ ਤੁਸੀਂ PDF ਚਾਹੀਦੀ ਹੈ ਇਸ ਸਾਰੇ ਕਲਾਸਿਸ ਦੀ ਜਿੰਨੀਆਂ ਵੀ ਹੋਈ ਹੈ, ਉਹਦੇ ਲਈ ਤੁਹਾਨੂੰ ਆਪਣਾ ਟੈਲੀਗ੍ਰਾਮ ਚੈਨਲ ਜੋ GKN ਪੰਜਾਬੀ, ਜੋ ਕਿ ਕਮੈਂਟ ਬਾਕਸ ਦੇ ਵਿੱਚ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਐਡ ਕੀਤਾ ਹੋਇਆ ਹੈ, ਉਹਨੂੰ ਤੁਸੀਂ ਜੁਆਇਨ ਕਰ ਲੈਣਾ ਵਾ, ਠੀਕ ਹੈ ਜੀ। ਸੋ ਇਹ ਤੁਹਾਨੂੰ ਜੋ ਕਲਾਸ ਹੈ ਇਹਦੀ ਕਲਾਸ ਦੀ ਵੈਲਿਊ ਤੁਹਾਨੂੰ ਇਸ ਤਰ੍ਹਾਂ ਪਤਾ ਲੱਗੇਗੀ ਕਿ ਜਦੋਂ ਵੀ ਤੁਹਾਡਾ ਪੇਪਰ ਹੋਏਗਾ, ਜੋ ਤੁਸੀਂ ਪੁਰਾਣੇ ਪੇਪਰ ਵੀ ਤੁਸੀਂ ਚੱਕ ਕੇ ਦੇਖ ਲਓ ਨਾ ਇੱਕ ਵਾਰ, ਤੁਹਾਨੂੰ ਉਹਦੇ ਵਿੱਚ ਹੀ ਪਤਾ ਲੱਗ ਜਾਊਗਾ ਕਿ ਜੋ ਤੁਸੀਂ ਜੋ ਆਪਾਂ ਅੱਜ ਕਲਾਸ ਦੇ ਵਿੱਚ ਕਰਿਆ ਵਾ ਉਹਦੇ ਵਿੱਚੋਂ ਹੀ ਕੁਐਸਚਨ ਆਏ ਨੇ, ਪ੍ਰੈਂਬਲ ਦੇ ਵਿੱਚੋਂ ਜੋ ਵੀ ਆਏ ਨੇ, ਠੀਕ ਹੈ ਜੀ। ਸੋ ਤੁਸੀਂ ਆਪਣਾ ਚੈਨਲ ਨੂੰ ਸਪੋਰਟ ਕਰਨਾ, ਠੀਕ ਹੈ ਜੀ। ਸਬਸਕ੍ਰਾਈਬ ਜ਼ਰੂਰ ਕਰ ਲਿਓ, ਠੀਕ ਹੈ ਜੀ, ਸਬਸਕ੍ਰਾਈਬ ਕਰ ਲਿਓ
ਆਪਣਾ ਅਗਰ ਤੁਹਾਨੂੰ ਵਧੀਆ ਲੱਗੀ ਕਲਾਸ, ਤੁਹਾਨੂੰ ਲੱਗਦਾ ਕਿ ਹੈਲਪਫੁਲ ਹੈਗੀ ਆ ਕਲਾਸ, ਤਾਂ ਆਪਣਾ ਸ਼ੇਅਰ ਜ਼ਰੂਰ ਕਰਿਓ ਅਤੇ ਲਾਈਕ ਜ਼ਰੂਰ ਕਰਿਓ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਵੈਰੀ ਮੱਚ।